सेवक की मनसा पूरी भई, सतगुर ते निर्मल मत लई। सेवक की मनसा पूरी भई, सतगुर ते निर्मल मत लई। जन को प्रभ होयो दयाल, सेवक कीनो सदा निहाल। बंधन काट मुक्त जन भया, जन्म मरण दुख भ्रम गया। इश पुन्नी शरदा सब पूरी, रव रहया सद संग हजूरी। जिसका सा तिन लिया मिलाए, नानक भगति नाम समाए। जिसका सा तिन लिया मिलाए, नानक भगति नाम समाए। गुरु रूप गुरु प्यारिओ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ, ਰਹਿਮਤ ਕੀਤੀ ਤੇ ਆਪਣੀ ਦਇਆ ਦੇ ਨਾਲ ਸਾਨੂੰ ਇਹ ਸਵਾਸ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਸਵਾਸਾਂ ਦੇ ਨਾਲ ਅਸੀਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਗੁਰਬਾਣੀ ਨੂੰ ਸਮਝ ਰਹੇ ਹਾਂ ਅਤੇ ਗੁਰੂ ਨਾਨਕ ਸਾਹਿਬ ਦੇ ਪਾਵਨ ਰਸਤੇ ਉੱਤੇ ਤੁਰਨ ਦਾ ਆਪਾਂ ਯਤਨ ਕਰ ਰਹੇ ਹਾਂ। ਸੁਖਮਨੀ ਸਾਹਿਬ ਦੀ ਵਿਚਾਰ ਕਰਦਿਆਂ ਹੋਇਆਂ 20ਵੀਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ, ਜਿਸ ਦੀ ਤੀਸਰੀ ਪੌੜੀ ਦਾ ਪਾਠ ਆਪ ਜੀ ਨੇ ਦਾਸ ਪਾਸੋਂ ਸਤਿਕਾਰ ਸਹਿਤ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੀ ਵਿਚਾਰ ਤੋਂ ਪਹਿਲਾਂ ਆਓ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਗੱਜ ਵੱਜ ਕੇ ਗੁਰੂ ਫਤਿਹ ਦਾ ਜਵਾਬ ਗੁਰੂ ਫਤਿਹ ਵਿੱਚ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇੱਥੇ ਸੇਵਕ ਦੀ ਗੱਲ ਕੀਤੀ ਹੈ। ਸੇਵਕ ਦਾ ਮਤਲਬ ਹੈ ਸੇਵਾ ਕਰਨ ਵਾਲਾ, ਸੁਆਮੀ ਦਾ ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਹੈ, ਸੁਆਮੀ ਦਾ ਭਗਤ ਹੈ, ਸੇਵਕ ਹੈ। ਸੇਵਕ ਸੇਵਾ ਕਰਨ ਵਾਲਾ। ਸੁਆਮੀ ਕੌਣ ਹੈ? ਨਿਰੰਕਾਰ ਹੈ, ਅਕਾਲ ਪੁਰਖ ਵਾਹਿਗੁਰੂ ਹੈ। ਉਹਦੀ ਤਾਂ ਸੇਵਾ ਹੋ ਹੀ ਨਹੀਂ ਸਕਦੀ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਹੋ ਹੀ ਨਹੀਂ ਸਕਦੀ। ਫਿਰ ਉਹਦੇ ਸੇਵਕ ਨੂੰ ਇੰਨੀਆਂ ਦਾਤਾਂ ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀਆਂ, ਉਹ ਕਿਸ ਕਾਰਨ ਬਖਸ਼ਿਸ਼ ਕੀਤੀਆਂ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਅਕਾਲ ਪੁਰਖ ਵਾਹਿਗੁਰੂ ਦਿਸਦਾ ਵੀ ਹੈ, ਅਕਾਲ ਪੁਰਖ ਵਾਹਿਗੁਰੂ ਨਹੀਂ ਵੀ ਦਿਸਦਾ। ਭਾਵ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਸਾਡੇ ਸਾਰਿਆਂ ਵਿੱਚ ਮੌਜੂਦ ਹੈ ਤਾਂ ਉਹ ਦਿਸਦਾ ਹੈ, ਉਹ ਸਾਡੇ ਸਾਰਿਆਂ ਤੋਂ ਵੱਖਰਾ ਹੈ ਤਾਂ ਉਹ ਨਹੀਂ ਦਿਸਦਾ। ਜਿਹਨੂੰ ਨਿਰੰਕਾਰ ਆਖਿਆ ਗਿਆ ਹੈ, ਨਿਰੰਕਾਰ ਦਾ ਆਖਰੀ ਅਰਥ ਹੁੰਦਾ ਹੈ ਜੋ ਦਿਸੇ ਨਾ, ਜੋ ਨਜ਼ਰ ਨਾ ਆਵੇ, ਉਹਨੂੰ ਕਹਿੰਦੇ ਨੇ ਨਿਰੰਕਾਰ। ਤੇ ਜਿਹੜਾ ਸਰਬ ਵਿਆਪੀ ਹੈ, ਭਾਵ ਜਿਹੜਾ ਸਰਗੁਣ ਸਰੂਪ ਵਾਲਾ ਹੈ, ਉਹ ਸਭਨਾਂ ਵਿੱਚ ਇੱਕ ਸਮਾਨ ਵਸਦਾ। ਹੁਣ ਆਪਾਂ ਉਹਦੇ ਸੇਵਕ ਕਿੱਦਾਂ ਬਣਨਾ? ਉਹਦੇ ਹੁਕਮ ਦੀ ਪਾਲਣਾ ਕਰਕੇ। ਉਹਦੇ ਸੇਵਕ ਕਿੱਦਾਂ ਬਣਨਾ? ਉਹਦੀ ਮਰਿਆਦਾ ਦੇ ਵਿੱਚ ਤੁਰ ਕੇ, ਉਹਦੇ ਦੁਆਰਾ ਦਿੱਤੇ ਹੋਏ ਇਸ ਜਨਮ ਨੂੰ ਸਹੀ ਮਾਇਨੇ ਦੇ ਵਿੱਚ ਸਹੀ ਤਰੀਕੇ ਨਾਲ ਜੀਉ ਕੇ ਜਾਣਾ, ਸੱਚੇ ਰਸਤੇ ਉੱਤੇ ਤੁਰਨਾ, ਮਾੜਿਆਂ ਕੰਮਾਂ ਤੋਂ ਬਚਣਾ ਤੇ ਆਪਣੀ ਸਤਿਗੁਰੂ ਦੀ ਦਿੱਤੀ ਜਿਹੜੀ ਕਸਵੱਟੀ ਹੈ ਉਹਦੇ ਉੱਤੇ ਖਰੇ ਉਤਰਨਾ, ਪੂਰੇ ਉਤਰਨਾ। ਜਿਸ ਤਰ੍ਹਾਂ ਮੈਂ ਹਮੇਸ਼ਾ ਕਿਹਾ ਕਰਦਾ ਵੀ ਕੋਈ ਬੱਚਾ ਸਾਡਾ ਮਿਲਟਰੀ ਵਿੱਚ ਚਲਾ ਜਾਏ ਨਾ, ਫੌਜ ਵਿੱਚ ਭਰਤੀ ਹੋਵੇ, ਤਾਂ ਫੌਜ ਦਾ ਮਤਲਬ ਕੀ ਹੈ? ਕਾਨੂੰਨ, ਨਿਯਮ। ਅਸਲ ਦੇ ਵਿੱਚ ਫੌਜ ਨਿਯਮ ਹੈ। ਉਹਦੇ ਨਿਯਮਾਂ ਨੂੰ, ਉਹਦੇ ਕਾਨੂੰਨ ਨੂੰ ਫੋਲੋ ਕਰਨਾ ਪੈਂਦਾ। ਜੇ ਉੱਥੇ ਆਪਾਂ ਜਾ ਕੇ ਕਹੀਏ ਵੀ ਨਹੀਂ ਆਪਾਂ ਨਿਯਮ ਨਹੀਂ ਫੋਲੋ ਕਰਨੇ, ਪਰ ਮੈਂ ਇੰਨਾ ਪੜ੍ਹਿਆ ਲਿਖਿਆ ਹਾਂ, ਮੇਰੇ ਕੋਲ ਇੰਨੀ ਸੁੰਦਰਤਾ ਹੈ, ਮੇਰਾ ਖਾਨਦਾਨ ਇੱਦਾਂ ਦਾ ਹੈ, ਪਰ ਮੈਂ ਤੁਹਾਡੇ ਨਿਯਮ ਫੋਲੋ ਨਹੀਂ ਕਰਨੇ, ਤਾਂ ਫੌਜ ਜਿਹੜੀ ਉਹਨੂੰ ਕੱਢ ਦੇਗੀ ਵੀ ਤਾਂ ਸਾਨੂੰ ਤੇਰੇ ਨਾਲ ਮਤਲਬ ਹੀ ਕੋਈ ਨਹੀਂ, ਸਾਨੂੰ ਮਤਲਬ ਹੈ ਨਿਯਮ ਨਾਲ, ਜੋ ਤੂੰ ਫੋਲੋ ਨਹੀਂ ਕਰਦਾ ਪਿਆ। ਹੁਣ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਜਿਵੇਂ ਸਤਿਗੁਰੂ ਜੀ ਨੇ ਖਾਲਸੇ ਬਾਰੇ ਆਖਿਆ
कि खालसा अकाल पुरख की फौज, प्रगटिओ खालसा परमात्मा की मौज। अकाल पुरख वाहिगुरू की फौज है, परमात्मा की मौज विचों प्रगट होया। फौज भाव अनुशासन विच रहिंदा है। निरंकार दे अनुशासन विच रहना ही उहदी सच्ची भगती है प्यारिओ। ਜਿਹੜਾ कि ਆਪਾਂ ਉਹਦੇ ਤੋਂ ਬਾਹਰ ਜਾ ਕੇ ਦੁੱਖ ਪਾਉਂਦੇ ਆ, ਉਹਦੇ ਤੋਂ ਬਾਹਰ ਜਾ ਕੇ ਗਲਤ ਕੰਮ ਕਰਦੇ ਆ, ਉਹਦੇ ਤੋਂ ਬਾਹਰ ਜਾ ਕੇ ਅਸੀਂ ਜ਼ਿੰਦਗੀ ਜਿਹੜੀ ਆ ਬਰਬਾਦ ਕਰਦੇ ਆ। ਹੁਣ ਕਿਹੜਾ ਸੇਵਕ ਹੈ ਜਿਹਦੀ ਮਨਸਾ ਪੂਰੀ ਹੋ ਗਈ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੇਵਕ ਕੀ ਮਨਸਾ ਪੂਰੀ ਭਈ। ਭਾਵ ਜਿਹੜਾ ਵਾਹਿਗੁਰੂ ਦਾ ਸੇਵਕ ਹੈ ਉਹਦੀ ਦੌੜ ਭੱਜ ਖਤਮ ਹੋ ਗਈ। ਮਨਸਾ ਮਤਲਬ ਮਨ ਦੇ ਫੁਰਨੇ ਉਹਦੇ ਪੂਰੇ ਹੋ ਗਏ। ਮਤਲਬ ਕੀ ਹੈ ਕਿ ਮਨ ਉਹਦਾ ਗਲਤ ਫੁਰਨਾ ਕਰਦਾ ਹੀ ਕੋਈ ਨਹੀਂ। ਜਿੱਦਾਂ ਸਾਡੀਆਂ ਨਿਤ ਨਵੀਆਂ ਆਸਾਂ ਹੁੰਦੀਆਂ, ਸਾਡੀਆਂ ਨਿਤ ਨਵੀਆਂ ਅਰਦਾਸਾਂ ਹੁੰਦੀਆਂ, ਵਾਹਿਗੁਰੂ ਦਾ ਜਿਹੜਾ ਪਿਆਰ ਹੈ ਉਹ ਤਾਂ ਰੱਜਿਆ ਰਹਿੰਦਾ, ਉਹ ਤਾਂ ਤ੍ਰਿਪਤ ਰਹਿੰਦਾ ਹੈ ਅੰਦਰੋਂ ਬਾਹਰੋਂ। ਇਸ ਲਈ ਉਹ ਕਦੇ ਵੀ ਮਾਲਕ ਦੇ ਘਰ ਤੋਂ ਕੋਈ ਐਸੀ ਚੀਜ਼ ਦੀ ਮੰਗ ਹੀ ਨਹੀਂ ਕਰਦਾ ਜਿਹੜੀ ਗਲਤ ਹੋਵੇ। ਉਹ ਮੰਗਦਾ ਹੈ ਸਰਬੱਤ ਦਾ ਭਲਾ, ਮੰਗਦਾ ਹੈ ਵਾਹਿਗੁਰੂ ਦੇ ਕੋਲੋਂ ਨਾਮ ਦੀ ਦਾਤ, ਜੋ ਕਿ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਦੇ ਦਿੰਦਾ ਹੈ। ਦੇਖੋ, ਮਨ ਦਾ ਤ੍ਰਿਪਤ ਹੋ ਜਾਣਾ ਸਭ ਤੋਂ ਵੱਡਾ ਜ਼ਿੰਦਗੀ ਦਾ ਸੁੱਖ ਹੈ। ਜਿਸ ਦਿਨ ਸਾਡੇ ਮਨ ਵਿੱਚੋਂ ਖਾਸ਼ਾਂ ਖਤਮ ਹੋ ਗਈਆਂ, ਚਾਹਨਾ ਖਤਮ ਹੋ ਗਈਆਂ, ਅਸੀਂ ਦੁਨੀਆ ਦੇ ਸਭ ਤੋਂ ਸੁਖੀ ਇਨਸਾਨ ਹੋਵਾਂਗੇ। ਪਰ ਉਹ ਹੁੰਦੀਆਂ ਨਹੀਂ ਹੈ। ਇੱਕ ਮੁੱਕਦੀ ਹੈ, ਦੂਸਰੀ ਤਿਆਰ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਚੱਕਰ ਹੈ ਚੱਲਿਆ ਹੋਇਆ, ਇਹਦੇ ਤਹਿਤ ਹੀ ਸਾਡੀ ਭਟਕਣਾ ਬਣੀ ਰਹਿੰਦੀ ਹੈ। ਇਹਦੇ ਤਹਿਤ ਹੀ ਆਪਾਂ ਦੁੱਖ ਸੁੱਖ ਭੋਗਦੇ ਰਹਿੰਦੇ ਹਾਂ। ਇਹਦੇ ਤਹਿਤ ਹੀ ਆਪਾਂ ਆਸੇ ਪਾਸੇ ਟੱਕਰਾਂ ਮਾਰਦੇ ਰਹਿੰਦੇ ਹਾਂ। ਪ੍ਰੋਬਲਮ ਇੱਥੇ ਹੀ ਕ੍ਰੀਏਟ ਹੁੰਦੀ ਹੈ ਕਿਉਂਕਿ ਅਸੀਂ ਸਹੀ ਮਾਇਨੇ ਦੇ ਵਿੱਚ ਸਮਝ ਹੀ ਨਹੀਂ ਪਾਏ ਕਿ ਮਨ ਜਿਹੜਾ ਹੈ ਉਹਨੂੰ ਗੁਰੂ ਦੇ ਪਾਵਨ ਚਰਨਾਂ ਨਾਲ ਜੁੜਨਾ। ਇਤਿਹਾਸ ਨੂੰ ਪੜ੍ਹ ਕੇ ਵੇਖ ਲਓ ਤੁਸੀਂ ਬੜੇ ਧਿਆਨ ਦੇ ਨਾਲ। ਇੱਕ ਗੁਰਸਿੱਖ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੁੰਦਾ, ਨਮਸਕਾਰ ਕਰਦਾ ਹੈ। ਨਮਸਕਾਰ ਕਰਨ ਤੋਂ ਬਾਅਦ ਹੱਥ ਜੋੜ ਕੇ ਸਤਿਗੁਰੂ ਨੂੰ ਕਹਿੰਦਾ, ਮਾਲਕਾ ਕਿਰਪਾ ਕਰ, ਜੇ ਤਰੁੱਠੇ ਹੋ ਤੇ ਨਾਮ ਦੀ ਦਾਤ ਦਿਓ। ਜੇ ਤਰੁੱਠੇ ਹੋ ਤੇ ਮਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਹੁਣ ਸਤਿਗੁਰੂ ਜੀ ਨੂੰ ਪੁੱਛਦੇ ਨੇ ਕਿ ਤੈਨੂੰ ਕੁਝ ਹੋਰ ਨਹੀਂ ਚਾਹੀਦਾ? ਉਹ ਕਹਿੰਦਾ, ਮਹਾਰਾਜ ਆ ਜਿਹੜੀ ਮੈਂ ਸੇਵਾ ਕੀਤੀ ਇਹਦੇ ਬਦਲੇ ਮੈਨੂੰ ਕੇਵਲ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਪੰਡਿਤ ਗੰਗਾ ਰਾਮ ਨੂੰ ਨਾ ਭੁੱਲਿਓ। ਪੰਡਿਤ ਗੰਗਾ ਰਾਮ ਇੱਕ ਐਸੀ ਸ਼ਖਸੀਅਤ ਸੀ ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ। ਦਰਬਾਰ ਸਾਹਿਬ ਦੀ ਸੇਵਾ ਹੋ ਰਹੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਬੇਹਿਸਾਬੀਆਂ ਆ ਰਹੀਆਂ ਸਨ ਤੇ ਜਾ ਰਹੀਆਂ ਸਨ। ਕੋਈ ਐਸਾ ਭਾਣਾ ਵਾਪਰਿਆ ਕਿ ਲੰਗਰ ਜਿਹੜਾ ਮਸਤਾਨਾ ਹੋ ਗਿਆ। ਲੰਗਰ ਦੇ ਵਿੱਚ ਰਸਤਾਂ ਦੀ ਤੋਟ ਆਉਣੀ ਸ਼ੁਰੂ ਹੋ ਗਈ ਤੇ ਪੰਡਿਤ ਗੰਗਾ ਰਾਮ ਜਿਹੜਾ ਸੀ ਉਹ ਬਾਜਰਾ ਵੇਚ ਰਿਹਾ ਸੀ ਤੇ ਉਹਦੇ ਗੱਡੇ ਜਿਹੜੇ ਸੀ ਉਹ ਭਰੇ ਹੋਏ ਸਨ। ਬਾਜਰਾ ਵੇਚਦਾ ਵੇਚਦਾ ਉੱਥੇ ਅੰਮ੍ਰਿਤਸਰ ਵਿੱਚ ਪਹੁੰਚ ਗਿਆ ਸੀ। ਜਦੋਂ ਉਹਨੇ ਉੱਥੇ ਸੇਵਾ ਵੇਖੀ ਲੋਕਾਂ ਦੀ, ਜਦੋਂ ਉਹਨਾਂ ਨੇ ਉਹ ਗੁਰੂ ਸਾਹਿਬ ਦਾ ਕਿਰਦਾਰ ਦੇਖਿਆ, ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਉਹ ਵੀ ਰੁੱਝ ਗਿਆ। ਜਦੋਂ ਇਹ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਨਾ, ਤਾਂ ਉਹਨੇ ਨਾ ਹਾਜ਼ਰ ਹੋ ਕੇ ਸਤਿਗੁਰੂ ਨੇ ਕਿਹਾ, ਮਹਾਰਾਜ ਮੇਰੇ ਤਾਂ ਬਾਜਰੇ ਨਾਲ ਗੱਡੇ ਲੱਦੇ ਪਏ ਆ, ਜੇ ਤੁਹਾਡੀ ਇਹ ਲੋੜ ਪੂਰੀ ਕਰ ਸਕਣ ਮਾਲਕਾ ਤੇ ਕਿਰਪਾ ਕਰਕੇ ਇਹਨੂੰ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰ ਲਓ। ਤਾਂ ਗੁਰੂ ਸਾਹਿਬ ਨੇ ਕਿਹਾ, ਗੰਗਾ ਰਾਮ ਜੀ ਬੜੇ ਚੰਗੇ ਟਾਈਮ ਆਏ ਹੋ, ਪਰ ਤੁਹਾਨੂੰ ਅਸੀਂ ਇਹਦੀ ਜੋ ਭੇਟਾ ਹੈ ਉਹ ਦੇਵਾਂਗੇ। ਆਖਰਕਾਰ ਕੀ ਹੋਇਆ, ਲੰਗਰ ਚੱਲਣਾ ਸ਼ੁਰੂ ਹੋ ਗਿਆ, ਸਭ ਕੁਝ ਠੀਕ ਠਾਕ ਹੋ ਗਿਆ। ਤਾਂ ਗੁਰੂ ਸਾਹਿਬ ਨੇ ਪੰਡਿਤ ਗੰਗਾ ਰਾਮ ਨੂੰ ਬੁਲਾਇਆ, ਬੁਲਾ ਕੇ ਕਹਿੰਦੇ ਨੇ, ਪਿਆਰਿਆ ਉਹਨਾਂ ਆ ਤੇਰੇ ਕਿੰਨੇ ਪੈਸੇ ਬਣਦੇ ਦੱਸ। ਤਾਂ ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਚਰਨੀ ਲਾਓ, ਕੁਛ ਨਹੀਂ ਚਾਹੀਦਾ, ਬਹੁਤ ਕੁਝ ਹੈ, ਆਪਣੇ ਚਰਨੀ ਲਾਓ, ਨਾਮ ਦੀ ਦਾਤ ਦਿਓ। ਉਹਨੇ ਗੁਰਸਿੱਖੀ ਮੰਗੀ ਵੀ ਮੈਨੂੰ ਸਿੱਖੀ ਦੀ ਦਾਤ ਦਿਓ, ਸਿਧਾਂਤਕ ਜੀਵਨ ਦਿਓ। ਤਾਂ ਗੁਰੂ ਸਾਹਿਬ ਨੇ ਉਹਨੂੰ ਉਸੇ ਇਲਾਕੇ ਦਾ ਪ੍ਰਚਾਰਕ ਖਿਤਾਬ ਦਿੱਤਾ ਜਿੱਥੋਂ ਆਇਆ ਸੀ, ਮਾਲਵੇ ਇਲਾਕੇ ਵਿੱਚੋਂ। ਸੋ ਜਿਹੜੇ ਐਸੇ ਕਰਨੀ ਵਾਲੇ ਰੱਬ ਦੇ ਪਿਆਰੇ ਨੇ ਉਹ ਇਦਾਂ ਦੀਆਂ ਚੀਜ਼ਾਂ ਮੰਗਦੇ ਹੀ ਨਹੀਂ। ਉਹ ਜੇ ਮੰਗਦੇ ਤੇ ਮਹਾਰਾਜ ਆਪਣੇ ਚਰਨੀ ਲਾ, ਨਾਮ ਦੀ ਦਾਤ ਦੇ, ਸੇਵਾ ਦੇ, ਸਿਮਰਨ ਦੇ, ਤੇਰੇ ਪਵਿੱਤਰ ਚਰਨਾਂ ਨਾਲ ਜੁੜੇ ਰਹੀਏ। ਸਤਿਗੁਰ ਤੇ ਨਿਰਮਲ ਮਤ ਲਈ ਫਿਰ ਉਹ ਆਪਣੇ ਗੁਰੂ ਦੇ ਕੋਲੋਂ ਗੁਰੂ ਦੀ ਪਵਿੱਤਰ ਅਕਲ ਧਾਰਨ ਕਰਦੇ ਹੈ, ਗੁਰੂ ਦੀ ਮੱਤ ਧਾਰਨ ਕਰਦੇ ਹੈ। ਤੇ ਗੁਰੂ ਦੀ ਮੱਤ ਹੀ ਬੇਸ਼ਕੀਮਤੀ ਹੈ। ਇਹਦੇ ਤੋਂ ਵੱਡੀ ਹੋਰ ਕੋਈ ਦੌਲਤ ਹੀ ਦੁਨੀਆ ਵਿੱਚ ਨਹੀਂ। ਜਿਹਨੂੰ ਗੁਰੂ ਦੀ ਮੱਤ ਮਿਲ ਗਈ, ਜਿਹਨੂੰ ਗੁਰੂ ਦੀ ਅਕਲ ਮਿਲ ਗਈ, ਉਹਨੂੰ ਚਾਹੀਦਾ ਕੀ ਹੋਰ? ਜਿਹਨੂੰ ਗੁਰੂ ਦੀ ਸੋਚ ਮਿਲ ਗਈ ਉਹਨੂੰ ਚਾਹੀਦਾ ਕੀ ਹੋਰ? ਉਹਨੂੰ ਤਾਂ ਸਭ ਕੁਝ ਹੀ ਮਿਲ ਗਿਆ। ਬਸ ਆਪਣੇ ਸਤਿਗੁਰੂ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਦਾਤਿਆ ਆਪਣੀ ਅਕਲ ਦੇ। ਅਸੀਂ ਆਪਣੀ ਅਕਲ ਦਾ ਇਸਤੇਮਾਲ ਕਰ ਰਹੇ ਹਾਂ, ਇਸ ਲਈ ਤਾਂ ਮੇਰੇ ਮਾਲਕਾ ਅਸੀਂ ਧੱਕੇ ਖਾ ਰਹੇ ਹਾਂ।
इस लिए दर दर ते भटक रहे हैं, इस लिए होरना लोगों के पैरीं पै रहे हैं, इस लिए आसे पासे धक्के खांदे पए हैं। दातिया कृपा कर अपने चरनी ला ते सानू अपने नाम की दात दे, सानू होर कुछ भी नहीं चाहिए। हम मैले तुम ऊजल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, मेरिया मालका असीं मैले आ कुचील हाँ, पर तेरी मत लैनी चाहुंदे आ, क्योंकि तेरी अकल लैके तेरी मत लैके मेरे आ दातिया मेरे आ सतगुरा असीं अपनी जिंदगी नूं पवित्र बनाउण योग हो सकदे हां। असीं चाहुंदे आ कि असीं अपनी जिंदगी नूं सफल करके जाइए, पर उहदे लई सानूं तेरी अकल चाहीदी है। अकल बाबा बुढ़ा साहब ने लई, भाई लहणे ने लई, बाबा बंदा सिंह बहादुर ने लई, भाई मनी सिंह ने लई, भाई तारू सिंह वर्गे गुरसिखां ने लई। उन्होंने अपनी अकल का इस्तेमाल नहीं किया, गुरु की सोच उत्ते तुरे, ते अज भी आपां उन्हां नूं सीस नवाउने आ, अज भी उन्हां दे मूहरे झुकदे आ। जिस दिन असीं अपनी अकल का इस्तेमाल करना छड्ड देवांगे ते गुरु की सोच दे धारनी हो जावांगे, याद रखियो उस दिन साडी भटकना खत्म हो जाएगी। बस आ गल पल्ले बन्निओ। ते गुरु की मत गुरु की अकल पा के असीं बेशकीमती बनना, असीं हीरियां रत्ना लालां तो भी अमीर हो जाना। असीं दर दर ते फिर धक्के नहीं खाने। गुरु इन्नी कृपा करदा, सानू अपने वर्गा ही बना लेंदा। जन को प्रभ होयो दयाल, जिहड़ा इंसान अपने गुरु की अकल लै लैंदा है, गुरु की मत लै लैंदा है, ओहो जे रब दे प्यारे उत्ते मेरा सतगुरु दयाल हुंदा है, कृपा करदा है, मेहर करदा है। सेवक कीनो सदा निहाल, ते जिहड़ा सेवक है उहनूं निहाल कर दिंदा, ਉਹਦੇ घर ਵਿੱਚ ਸਾਰੀਆਂ खुशियां पा ਦਿੰਦਾ, ਉਹਨੂੰ ਕਿਸੇ प्रकार की कोई कमी रहन ही नहीं ਦਿੰਦਾ। ਉਹਦੇ घर ਦੇ ਜਿਹੜੇ ਭੰਡਾਰੇ ਹੁੰਦੇ ਨੇ ਉਹ ਭਰੇ ਹੀ ਰਹਿੰਦੇ ਨੇ ਰਾਤ ਦਿਨ। बस एक बारी अख पुट के वेखना तो शुरू कर दिओ, ਉਹਦੇ घर ਦੇ ਵਿੱਚ ਕਿਸੇ प्रकार की कोई घाट नहीं है। गुरु नानक साहब के घर ਵਿੱਚ भाई लहणा आउंदे ने, ਕਹਿੰਦੇ ने दातिया मैं तो देवी का उपासक हाँ, मैं तो देवी की पूजा करदा, एडी छेती मेरा मन जुड़न लगा नहीं है, पर मैनू लगदा कि मैं तेरे घर तो कुछ प्राप्त कर जावांगा। गुरु नानक साहब ने लहणे नूं कहा सी ना, जिहड़े श्री गुरु अंगद साहब बने, जदों उन्होंने मत्था टेकिया गुरु नानक साहब के पावन चरणों विच ते हथ जोड़ के कहंदे दातिया तेरे कोलों तो मैं रस्ता पुछ के आया, मैं घोड़े ते सवार सी ते तुसीं जिहड़े सी ओह पैदल चल रहे सी, मैं तो गुनाह हो गया। तां सतगुरु गुरु नानक साहब ने कहा सी लहणिया तैं लैना सुन पुरखा आमने है देना। लैण वाले तां घोड़ियां ते चढ़ के आउंदे आ, असीं तां तैनूं देना कुछ जे तू लैण जोगा होया तां। किथे देवी दे उपासक सन, अज भी सिख देवी देवतियां दे पिछे पए होए आ। उन्हां नूं इह सिक्ख्यावां अपने गुरुआं तो लैणियां चाहीदियां। देवी देवतियां दी आराधना करन वाल जुड़े होए है, जांदे ने, कोई नैना देवी वाल तुरिया, कोई वैष्णो देवी ते तुरिया। देखो मुबारक है, कोई गलत नहीं जिन्हां दे ने, पर सानू साहिब ने यही गल कही है, देवी देवा मूल है माया, देवी देवा पूजिया भाई क्या मांगू क्या दे। सतगुर ने कहा देवी देवतियां दी पूजा करनी नहीं, ते सिख हो के आपां गुरुद्वारा छड्ड के गुरु ग्रंथ साहिब दा पल्ला छड्ड के जे देवी देवतियां दे सामने जाके हत्थ अड्डीए तां गुरु सानू कित्थे बख्शेगा, गुरु कित्थे बख्शेगा। गुरु कलगियां वाले सच्चे पातशाह महाराज ने एक बार अपने सिखां नूं कहा सी, जो कि नैना देवी दी पहाड़ी ते तुरे जांदे सन सतगुरु जी, उधर तुरे जा रहे सी। सिखां ने सवाल किया सतगुरु जी इत्थे भी जाना चाहिए सानू, कोई गुनाह तो नहीं जे भुला चुका बंदा चला जाए। तो साहब ने कहा जाना गुनाह नहीं हुंदा, पर हर एक नूं अपना पिता नहीं बनाईंदा, हर एक नूं अपना प्यो नहीं बनाईंदा, हर एक दे सामने सीस नहीं झुकाया करदे। ओए प्यारिओ मेरे बच्चिओ एक दे बन के रहा करो। विप्रन की रीतां तो मैं कड्ढना बाहर, ते ओहदे च मैं तुहानूं फसन नहीं देना। जदों देवी दे उपासक हो के आए तो सतगुरु ने कहा सी कोई गल नहीं, जिन्हां दी पूजा करदा ना तूं, मैं तेनूं ओहदे नाल जोड़ना जिहड़े ओहदी पूजा करदे, तेनूं ओहदे सेवकां दे मूहरे हत्थ अड्डण दी लोड़ नहीं। तू तां करतार निरंकार दा रूप है, तेनूं मैं ओहदे नाल ही जोड़ना। और किन्ना कुछ लैके अपनी गुरु दी मत तो
ਗੁਰੂ ਦੇ ਰਸਤੇ ਉੱਤੇ ਤੁਰੇ, ਜੀਵਨ ਸੁਹੇਲਾ ਬਣ ਗਿਆ। ਤੇ ਸਾਡੇ ਵਰਗੇ ਅੱਜ ਵੀ ਧੱਕੇ ਖਾਂਦੇ ਫਿਰਦੇ, ਅੱਜ ਵੀ ਟੱਲ ਖੜਕਾਈ ਜਾਂਦੇ, ਅੱਜ ਵੀ ਮੌਲੀਆਂ ਬੰਨੀ ਜਾਂਦੇ, ਹੋਰ ਹੀ ਕੰਮਾਂ ਦੇ ਵਿੱਚ ਪਏ ਹੋਏ ਆ। ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ, ਸਾਰੇ ਬੰਧਨ ਕੱਟ ਦਿੱਤੇ। ਮੁਕਤ ਜਨ ਭਇਆ, ਆਪਣੇ ਪਿਆਰੇ ਨੂੰ ਉਹ ਮੁਕਤ ਕਰ ਦਿੰਦਾ ਹੈ। ਜਨਮ ਮਰਨ ਦੁੱਖ ਭਰਮ ਗਿਆ, ਉਹਦੇ ਜਨਮ ਮਰਨ, ਉਹਦੀ ਭਟਕਣਾ, ਉਹਦੇ ਦੁੱਖ ਸਾਰੇ ਖਤਮ ਕਰ ਦਿੰਦਾ। ਇਸ਼ ਪੁੰਨੀ ਸ਼ਰਧਾ ਸਭ ਪੂਰੀ, ਉਹਦੀਆਂ ਇਛਾਵਾਂ ਸਾਰੀਆਂ ਪੂਰੀਆਂ ਕਰ ਦਿੰਦਾ, ਉਹਦੀ ਸ਼ਰਧਾ ਸਾਰੀ ਪੂਰੀ ਕਰ ਦਿੰਦਾ। ਰਵ ਰਿਹਾ ਸਦ ਸੰਗ ਹਜੂਰੀ। ਤੇ ਫਿਰ ਕੀ ਹੁੰਦਾ ਜੀ, ਉਸ ਨੂੰ ਪ੍ਰਮਾਤਮਾ ਸਭ ਥਾਈਂ ਵਿਆਪਕ ਆਪਣੇ ਅੰਗ ਸੰਗ ਦਿਸਦਾ ਹੈ। ਉਹ ਦੇਖਦਾ ਵੀ ਨਿਰੰਕਾਰ ਸਭ ਥਾਈਂ ਮੌਜੂਦ ਹੈ, ਵਿਆਪਕ ਹੈ, ਪਰ ਉਹ ਮੇਰੇ ਨਾਲ ਵੀ ਹੈ, ਮੇਰੇ ਅੰਗ ਸੰਗ ਹੈ। ਉਹ ਕਰਤਾਰ ਮੇਰੇ ਨਾਲ ਰਹਿੰਦਾ ਹੈ, ਮੇਰਾ ਸਾਥ ਦਿੰਦਾ ਹੈ। ਜਿਸ ਕਾ ਸਾਥ ਇਨ ਲੀਆ ਮਿਲਾਏ, ਜਿਸ ਮਾਲਕ ਦਾ ਉਹ ਸੇਵਕ ਬਣਦਾ ਨਾ, ਉਹ ਮਾਲਕ ਉਹਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦਾ, ਆਪਣੇ ਵਰਗਾ ਹੀ ਕਰ ਦਿੰਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਲਈ ਸੰਪੂਰਨ ਥੀਆ ਰਾਮ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਥਾਪਿਆ, ਉਸ ਦਿਨ ਗੁਰੂ ਨਾਨਕ ਸਾਹਿਬ ਨੇ ਵੀ ਮੱਥਾ ਟੇਕ ਦਿੱਤਾ ਸੀ। ਤੇ ਭਾਈ ਗੁਰਦਾਸ ਸਾਹਿਬ ਨੇ ਆਖਿਆ, ਇਦਾਂ ਲੱਗਾ ਜਿਵੇਂ ਇੱਕ ਦੀਵੇ ਤੋਂ ਦੂਸਰਾ ਦੀਵਾ ਜਗ ਗਿਆ। ਤੇ ਭੱਟ ਸਾਹਿਬਾਨਾਂ ਨੇ ਕੀ ਕਹਿ ਦਿੱਤਾ, ਜੋਤ 오ਹਾ ਜੁਗਤ ਸਾਏ, ਸ਼ਹਿ ਕਾਇਆ ਫਿਰ ਪਲਟੀ ਹੈ। ਸਰੀਰ ਹੀ ਬਦਲਿਆ, ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਤਨ ਹੀ ਬਦਲਿਆ। ਸੇਵਕ ਨੂੰ ਸੁਆਮੀ ਆਪਣੇ ਵਰਗਾ ਹੀ ਬਣਾ ਲੈਂਦਾ। ਨਾਨਕ ਭਗਤੀ ਨਾਮ ਸਮਾਏ, ਤੇ ਉਹ ਸੇਵਕ ਭਗਤੀ ਕਰਕੇ ਨਾਮ ਦੇ ਵਿੱਚ ਐਸਾ ਟਿਕਦਾ ਹੈ ਕਿ ਉਹ ਆਪਣੇ ਜੀਵਨ ਨੂੰ ਪਾਕ ਪਵਿੱਤਰ ਬਣਾ ਲੈਂਦਾ, ਆਪਣੇ ਵਰਗਾ ਹੀ ਕਰ ਲੈਂਦਾ। ਜਿਸ ਦਿਨ ਗੁਰੂ ਅਮਰਦਾਸ ਸਾਹਿਬ ਆਉਂਦੇ ਨੇ ਗੁਰੂ ਅੰਗਦ ਸਾਹਿਬ ਦੇ ਪਾਵਨ ਚਰਨਾਂ ਵਿੱਚ, ਹੁਣ ਉਹ ਦਿਨ ਯਾਦ ਰੱਖਿਓ। ਵੇਖੋ, ਗੁਰੂ ਅਮਰਦਾਸ ਸਾਹਿਬ ਵੀ ਹਰਿਦੁਆਰ ਜਾਇਆ ਕਰਦੇ ਸੀ, 20-22 ਵਾਰ ਜਾ ਚੁੱਕੇ ਸਨ। ਉਹ ਵੀ ਦੇਵੀ ਦੇਵਤਿਆਂ ਦੇ ਉਪਾਸ਼ਕ ਸਨ ਪਹਿਲਾਂ, ਪਰ ਜਦੋਂ ਅੱਜ ਸੱਚ ਦਾ ਪਤਾ ਲੱਗਾ, ਚਰਨੀ ਆ ਕੇ ਲੱਗ ਗਏ। ਚਰਨੀ ਐਸੇ ਲੱਗੇ ਕਿ ਸਭ ਕੁਝ ਆਪਣਾ ਵਾਰ ਦਿੱਤਾ ਸਤਿਗੁਰੂ ਦੇ ਚਰਨਾਂ ਤੋਂ। ਇੰਨਾ ਸਰੀਰ ਬਿਰਧ ਸੀ, ਕਿੰਨੀ ਸੇਵਾ ਕਮਾਈ, ਕਿੰਨੀ ਘਾਲ ਕਮਾਈ, ਕਿੱਦਾਂ ਗੁਰਮਤ ਸਿਧਾਂਤ ਨੂੰ ਉਹਨਾਂ ਨੇ ਸਮਝਿਆ। ਲੋਕਾਂ ਨੇ ਮਿਹਣੇ ਤਾਨੇ ਵੀ ਮਾਰੇ ਹੋਣਗੇ, ਪਰ ਫਿਰ ਵੀ ਗੁਰਮਤ ਸਿਧਾਂਤ ਉੱਤੇ ਤੁਰੇ। ਪਰ ਆਖਰਕਾਰ ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਸੀ। ਤੇ ਉਸ ਦਿਨ ਗੁਰੂ ਅਮਰਦਾਸ ਸਾਹਿਬ ਦੇ ਬਾਰੇ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਰਿਆਂ ਦੇ ਆਸਰੇ ਹੋ, ਨਿਗੱਟਿਆਂ ਦੀ ਗੱਤ ਹੋ, ਨਿਪੱਤਿਆਂ ਦੀ ਪੱਤ ਹੋ, ਨਿਮਾਣਿਆਂ ਦਾ ਮਾਣ ਹੋ, ਨਿਤਾਣਿਆਂ ਦਾ ਤਾਣ ਹੋ, ਤੁਸੀਂ ਸਭ ਕੁਝ ਹੋ। ਤੇ ਗੁਰੂ ਅਮਰਦਾਸ ਸਾਹਿਬ ਦੇ ਅੱਖਾਂ 'ਚ ਪਾਣੀ ਆ ਗਿਆ ਕਿ ਮਹਾਰਾਜ ਮੈਨੂੰ ਇੰਨੀ ਵਡਿਆਈ। ਤੇ ਉਹਨਾਂ ਨੇ ਕਿਹਾ ਸੀ, ਅੱਜ ਤੋਂ ਬਾਅਦ ਤੁਸੀਂ ਨਹੀਂ, ਤੁਹਾਡੇ ਵਿੱਚ ਮੈਂ ਜੀਵਾਂਗਾ। ਮੇਰੇ 'ਚ ਗੁਰੂ ਨਾਨਕ ਹੈ, ਅਸੀਂ ਤੁਹਾਡੇ ਵਿੱਚ ਜੀਵਾਂਗੇ। ਇਸ ਲਈ ਸਾਰੇ ਗੁਰੂ ਸਾਹਿਬਾਨਾਂ ਨੇ ਜਦੋਂ ਬਾਣੀ ਰਚੀ ਤੇ ਆਪਣੇ ਆਪ ਨੂੰ ਉਹਨਾਂ ਨੇ ਨਾਨਕ ਹੀ ਅਖਵਾਇਆ, ਨਾਨਕ। ਕਿਸੇ ਵੀ ਗੁਰੂ ਸਾਹਿਬਾਨ ਨੇ ਜਦੋਂ ਮੋਹਰ ਲਾਈ, ਆਪਣੀ ਨਹੀਂ ਲਾਈ, ਉਹਨਾਂ ਨੇ ਕਿਹਾ ਨਾਨਕ। ਹਰ ਗੁਰੂ ਸਾਹਿਬ ਜਦੋਂ ਵੀ ਬਾਣੀ ਰਚਦੇ ਆ, ਨਾਨਕ ਹੀ ਅਖਵਾਉਂਦੇ ਆਪਣੇ ਆਪ ਨੂੰ। ਅਸੀਂ ਸੁਆਮੀ ਦੇ ਸੇਵਕ ਬਣਨਾ ਹੈ, ਤੇ ਸੁਆਮੀ ਨੇ ਸਾਨੂੰ ਸੇਵਕ ਤੋਂ ਆਪਣੇ ਵਰਗਾ ਹੀ ਬਣਾ ਲੈਣਾ। ਯਾਦ ਰੱਖਿਓ, ਜਿਵੇਂ ਇੱਕ ਸ਼ਾਇਰ ਕਰ ਕਹਿੰਦਾ, ਇਸ਼ਕ ਕੀ ਭੱਠੀ ਮੇਂ ਡਾਲ ਕਰ ਜਿਸਮ ਸੋਨਾ ਕਰ ਦਿਆ, ਲੈਣੇ ਸੇ ਅੰਗਦ ਬਣਾ ਅੰਗਦ ਸੇ ਅੱਲਾ ਕਰ ਦਿਆ। ਗੁਰੂ ਅੰਗਦ ਸਾਹਿਬ ਨੂੰ ਕਿਵੇਂ ਉਹਨਾਂ ਨੇ ਅੱਲਾ ਹੀ ਬਣਾ ਦਿੱਤਾ, ਆਪਣੇ ਵਰਗਾ ਹੀ ਕਰ ਲਿਆ, ਉਹ ਸਾਨੂੰ ਵੀ ਇਸ ਯੋਗ ਬਣਾ ਸਕਦੇ ਨੇ। ਸੋ ਆਓ ਸਤਿਗੁਰੂ ਦੀ ਬਾਣੀ ਸਮਝੀਏ, ਵਿਚਾਰੀਏ ਤੇ ਗੁਰੂ ਦੇ ਆਸ਼ੇ ਮੁਤਾਬਕ ਜੀਵਨ ਢਾਲੀਏ, ਤਾਂ ਕਿ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।